ਜਦੋਂ ਵੀ ਗੱਲ ਆਇਲਸ ਦੀ ਤੁਰਦੀ ਹੈ ਤਾਂ ਰੀਡਿੰਗ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਤੇ ਜਦੋਂ ਰੀਡਿੰਗ ਦੀ ਗੱਲ ਤੁਰਦੀ ਹੈ ਤਾਂ ਟਰੂ ਫਾਲਸ ਨੋਟ ਗਿਵਨ ਭਾਵੇਂ ਕਿਵੇਂ ਪਿੱਛੇ ਰਹਿ ਜਾਣਗੇ। ਇਹਨਾਂ ਡਰ ਤਾਂ ਤੁਹਾਨੂੰ ਰਾਤ ਦੇ 2 ਵਜੇ ਆਏ ਭੂਤਾਂ ਵਾਲੇ ਸੁਪਨੇ ਤੋਂ ਨਹੀਂ ਲੱਗਦਾ ਜਿੰਨਾ ਰੀਡਿੰਗ ਦੇ ਵਿੱਚ ਦੇਖ ਕੇ ਟਰੂ ਫਾਲਸ ਨੋਟ ਗਿਵਨ ਤੋਂ ਲੱਗਦਾ। ਸਹੀ ਕਿਹਾ ਨਾ ਮੈਂ। ਬਟ ਆਈ ਪ੍ਰੋਮਿਸ ਦੈਟ ਇਹ ਵੀਡੀਓ ਦੇਖਣ ਤੋਂ ਬਾਅਦ ਟਰੂ ਫਾਲਸ ਨੋਟ ਗਿਵਨ ਦੀ ਰੇਲ ਬਣਾਉਣ ਵਾਲੇ ਆ ਰੀਡਿੰਗ ਦੇ ਵਿੱਚ। ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਕੁਐਸਚਨ ਤੇ ਵੀਡੀਓ ਬਣਾਈ ਸੀ ਕਿ ਜਿਹਦਾ ਮੈਨੂੰ ਰਿਸਪੌਂਸ ਕਾਫੀ ਜ਼ਿਆਦਾ ਵਧੀਆ ਮਿਲਿਆ ਤੇ ਅੱਜ ਇੱਕ ਹੋਰ ਡਿਮਾਂਡ ਤੇ ਮੈਂ ਟਰੂ ਫਾਲਸ ਨੋਟ ਗਿਵਨ ਦੀ ਅੱਜ ਵੀਡੀਓ ਬਣਾਉਣ ਜਾ ਰਿਹਾ ਤੇ ਇਹਨੂੰ ਦੇਖਦੇ ਰਹੋ ਤੇ ਆਈ ਪ੍ਰੋਮਿਸ ਦੈਟ ਇਹ ਵੀਡੀਓ ਦੇਖਣ ਤੋਂ ਬਾਅਦ ਟਰੂ ਫਾਲਸ ਨੋਟ ਗਿਵਨ ਤੁਹਾਡੇ ਲਈ ਬੱਚਿਆਂ ਦੀ ਖੇਡ ਹੋਣ ਵਾਲੇ ਹੈ। ਸੋ ਗਾਇਜ਼ ਵਿਦਆਊਟ ਵੇਸਟ ਆਫ ਟਾਈਮ ਲੈਟਸ ਜੰਪ ਇਨਟੂ ਦ ਵੀਡੀਓ। ਗਾਇਜ਼ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਟਰੂ ਫਾਲਸ ਤੇ ਨੋਟ ਗਿਵਨ ਨੂੰ ਬਣਾਉਣ ਦੀ ਸਟ੍ਰੈਟਜੀ ਕੀ ਹੈ। ਮੇਰੇ ਕਹਿਣ ਦਾ ਮਤਲਬ ਐਗਜ਼ਾਮੀਨਰ ਇਹਨਾਂ ਨੂੰ ਕਿਵੇਂ ਸੈੱਟ ਕਰਦਾ ਤੇ ਇਹਨਾਂ ਦੀਆਂ ਮੇਨ ਸਟ੍ਰੈਟਜੀਆਂ ਕੀ ਆ। ਸੋ ਗਾਇਜ਼ ਸਭ ਤੋਂ ਪਹਿਲਾਂ ਆਪਾਂ ਗੱਲ ਟਰੂ ਦੀ ਕਰ ਲਈਏ। ਟਰੂ ਇਨਫੋਰਮੇਸ਼ਨ ਉਹ ਹੁੰਦੀ ਹੈ ਜਦੋਂ ਤੁਹਾਡੇ ਕੁਐਸਚਨ ਦੇ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ 100% ਮੈਚ ਹੋ ਜਾਵੇ ਤੁਹਾਡੇ ਪੈਸੇਜ ਦੇ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ ਨਾਲ। ਮੇਰੀ ਗੱਲ ਸਮਝ ਗਏ ਨਾ। ਜਦੋਂ ਇਨਫੋਰਮੇਸ਼ਨ ਟੋਟਲੀ ਮੈਚ ਹੋਗੀ ਤਾਂ ਉਹ ਤੁਹਾਡਾ ਕੁਐਸਚਨ ਟਰੂ ਆ। ਤੇ ਫਾਲਸ ਨੂੰ ਬਣਾਉਣ ਦੇ ਗਾਈਸ 2 ਤਰੀਕੇ ਆ। ਟਰੂ ਲੱਭਣਾ ਕਿਸੇ ਲਈ ਵੀ ਔਖੀ ਗੱਲ ਨਹੀਂ ਹੁੰਦੀ, ਹਰ ਇੱਕ ਸਟੂਡੈਂਟ ਫਾਈਂਡ ਕਰ ਲੈਂਦਾ, ਬਟ ਮੇਨ ਗੱਲ ਆਉਂਦੀ ਆ ਫਾਲਸ ਤੇ ਕਿ ਤੁਹਾਨੂੰ ਪਤਾ ਕਿ ਫਾਲਸ ਨੂੰ ਬਣਾਉਣ ਦੇ 2 ਤਰੀਕੇ ਹੁੰਦੇ ਆ। ਜਾਂ ਤਾਂ ਮੈਂ ਕਿਸੇ ਸਟੇਟਮੈਂਟ ਨੂੰ ਫਾਲਸ ਬਣਾ ਸਕਦਾ ਨੋਟ ਲਾ ਕੇ, ਮੈਂ ਤੁਹਾਨੂੰ ਦੱਸੂਗਾ ਐਗਜ਼ਾਮਪਲ ਦੇ ਕੇ, ਤੇ ਜਾਂ ਮੈਂ ਕਿਸੇ ਸਟੇਟਮੈਂਟ ਨੂੰ ਫਾਲਸ ਬਣਾ ਸਕਦਾ ਉਹਦਾ ਮੇਨ ਟੌਪਿਕ ਜਾਂ ਉਹਦੀ ਮੇਨ ਵਰਬ ਚੇਂਜ ਕਰਕੇ। ਸੋ ਗਾਇਸ ਡੋਂਟ ਵਰੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਮੰਨ ਕੇ ਚੱਲੋ ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤਾ ਕਿ 18ਵੀਂ ਸਦੀ ਤੋਂ ਬਾਅਦ ਪੋਲਿਊਸ਼ਨ ਵਧਣਾ ਸ਼ੁਰੂ ਹੋ ਗਿਆ ਸੀਗਾ, ਓਕੇ, ਤੇ ਫਿਰ ਤੁਹਾਨੂੰ ਪੈਸੇਜ ਦੇ ਵਿੱਚ ਦਿੱਤਾ ਹੋਊਗਾ ਕਿ 18ਵੀਂ ਸਦੀ ਤੋਂ ਬਾਅਦ ਉਹ ਨਹੀਂ ਵਧਣਾ, ਇਨਕਰੀਜ਼ ਹੋਇਆ ਸੀ। ਸੋ ਗਾਇਸ ਉਹਨਾਂ ਨੇ ਨੋਟ ਦਾ ਸਹਾਰਾ ਲੈ ਕੇ ਉਹਨੂੰ ਫਾਲਸ ਬਣਾਤਾ। ਤੇ ਦੂਜੀ ਜੋ ਇੱਥੇ ਮੇਨ ਟੌਪਿਕ ਮੇਨ ਵਰਬ ਕਿਵੇਂ ਚੇਂਜ ਕਰ ਸਕਦੇ ਆ, ਉਹ ਕੁਐਸਚਨ ਦੇ ਵਿੱਚ ਕਹਿਣਗੇ ਕਿ 18ਵੀਂ ਸਦੀ ਤੋਂ ਬਾਅਦ ਜੋ ਪੋਲਿਊਸ਼ਨ ਆ ਉਹ ਵਧਣਾ ਸ਼ੁਰੂ ਹੋ ਗਿਆ ਸੀ ਤੇ ਪੈਸੇਜ ਦੇ ਵਿੱਚ ਲਿਖਣਗੇ ਨਹੀਂ ਉਹ ਘਟਣਾ ਸ਼ੁਰੂ ਹੋਇਆ ਸੀਗਾ। ਸੋ ਗਾਇਜ਼ ਇੱਥੇ ਮੈਂ ਇਨਫੋਰਮੇਸ਼ਨ ਨੂੰ ਹੀ ਪਲਟਾਤਾ, ਯਾਨੀ ਕਿ ਮੇਨ ਵਰਬ ਨੂੰ ਹੀ ਮੈਂ ਚੇਂਜ ਕਰਤਾ। ਸੋ ਗਾਇਜ਼ ਦੇयर ਆਰ ਓਨਲੀ 2 ਵੇਜ਼ ਟੂ ਮੇਕ ਫਾਲਸ ਸਟੇਟਮੈਂਟ। ਜਾਂ ਤਾਂ ਤੁਸੀਂ ਨੋਟ ਉੱਥੇ ਪੁੱਟ ਕੀਤਾ ਹੋਊਗਾ ਤੇ ਜਾਂ ਤੁਹਾਡੀ ਮੇਨ ਵਰਬ ਹੀ ਉੱਥੇ ਚੇਂਜ ਹੋਊਗੀ, ਆਪੋਜ਼ਿਟ ਹੋਊਗੀ। ਜੇ ਮੈਂ ਤੁਹਾਨੂੰ ਕਹਾਂ ਕਿ ਰਾਮ ਨੂੰ ਹਾਕੀ ਪਸੰਦ ਆ, ਉਧਰ ਕਹਿ ਦੇਣਗੇ ਨਹੀਂ ਰਾਮ ਨੂੰ ਫੁੱਟਬਾਲ ਪਸੰਦ ਆ। ਸੋ ਗਾਇਜ਼ ਇਦਾਂ ਉਹ ਚੇਂਜ ਕਰ ਦਿੰਦੇ ਆ ਸਬਜੈਕਟ ਨੂੰ ਜਾਂ ਵਰਬ ਨੂੰ, ਓਕੇ ਗਾਇਜ਼। ਸੋ ਗਾਇਜ਼ ਗੱਲ ਕਰਦੇ ਆ ਨੋਟ ਗਿਵਨ ਦੀ, ਜੋ ਸਭ ਤੋਂ ਜ਼ਿਆਦਾ ਤੁਹਾਨੂੰ ਡਰਾਉਂਦਾ। ਨੋਟ ਗਿਵਨ ਗਾਇਜ਼ 2 ਹੀ ਸਟੇਟਸ ਦੇ ਵਿੱਚ ਹੋ ਸਕਦਾ ਵਾ। ਨੰਬਰ 1 ਨੋਟ ਗਿਵਨ ਉਦੋਂ ਹੁੰਦਾ ਵਾ ਜਦੋਂ ਇਨਫੋਰਮੇਸ਼ਨ ਤੁਹਾਨੂੰ ਡਾਊਟ ਦੇ ਵਿੱਚ ਲੈ ਜਾਵੇ, ਜਦੋਂ ਤੁਸੀਂ ਸ਼ੋਰ ਨਹੀਂ ਪੱਕਾ ਕਿ ਹੁਣ ਕੀ ਹੋਊਗਾ, ਤੁਸੀਂ ਸ਼ੋਰ ਨਹੀਂ, ਤੁਸੀਂ ਡਾਊਟ ਦੇ ਵਿੱਚ ਹੋ। ਐਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਦੱਸੂਗਾ। ਤੇ ਦੂਜਾ ਵੇ ਗਾਇਜ਼ ਨੋਟ ਗਿਵਨ ਦਾ ਉਦੋਂ ਹੁੰਦਾ ਵਾ ਜਦੋਂ ਇਨਫੋਰਮੇਸ਼ਨ ਤੁਹਾਨੂੰ ਪੈਸੇਜ ਦੇ ਵਿੱਚ ਮਿਲੇ ਹੀ ਨਾ, ਜਿਹਦੀ ਮੇਨ ਗੱਲ ਕੀਤੀ ਗਈ ਹੈ ਉਹਨਾਂ ਨੇ ਕੁਐਸਚਨ ਦੇ ਵਿੱਚ, ਉਹ ਨਾਲ ਦੀ ਇਨਫੋਰਮੇਸ਼ਨ ਗਾਇਜ਼ ਹੁੰਦੀ ਹੋਈ ਨਹੀਂ ਗੀ ਪੈਸੇਜ ਦੇ ਵਿੱਚ। ਫੋਰ ਐਗਜ਼ਾਮਪਲ ਗਾਇਜ਼ ਮੈਂ ਤੁਹਾਨੂੰ ਦੱਸਾਂ ਕਿ ਮੰਨ ਕੇ ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤਾ ਕਿ AIIC ਕੰਪਨੀ 30 ਸਾਲ ਪਹਿਲਾਂ ਸੈਟਅਪ ਕੀਤੀ ਗਈ ਸੀਗੀ ਤੇ ਗਾਇਜ਼ ਤੁਹਾਨੂੰ ਪੈਸੇਜ ਦੇ ਵਿੱਚ ਉਹਦੇ ਸੈਟਅਪ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਹੋਣੀ। ਹਮੇਸ਼ਾ ਇੱਥੇ ਗੱਲ 'ਚ ਤਾਂ ਰੱਖਿਓ ਤੁਹਾਨੂੰ 30 ਸਾਲ ਜ਼ਰੂਰ ਦਿੱਤੇ ਹੋਣਗੇ ਪਰ ਉਹ ਗੱਲ ਹੋਰ ਕੋਈ ਕੀਤੀ ਹੋਊਗੀ, ਨਾ ਕਿ ਉਹਦੇ ਸੈਟਅਪ ਦੀ ਗੱਲ ਕੀਤੀ ਹੋਣੀ ਆ। ਕੰਪਨੀ ਕਦੋਂ ਬਣੀ ਆ ਇਹਦਾ ਜ਼ਿਕਰ ਹੀ ਨਹੀਂ ਹੋਣਾ। ਤੇ ਜਿਹੜੇ ਤੁਹਾਨੂੰ 30 ਸਾਲ ਦਿਖ ਰਹੇ ਹੋਣਗੇ ਉਹ ਪੈਸੇਜ ਦੇ ਵਿੱਚ ਗਾਇਜ਼ ਉਹ ਜ਼ਰੂਰ ਉਹਨਾਂ ਨੇ ਘੁਮਾ ਫਿਰਾ ਕੇ ਗੱਲ ਹੋਰ ਕੀਤੀ ਆ, ਬਟ ਉਸ ਕੰਪਨੀ ਨੂੰ ਬਣਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਸੈਟਅਪ ਇੱਥੇ ਤੁਹਾਡੀ ਮੇਨ ਵਰਬ ਆ। ਤੁਸੀਂ ਲੱਭਣ ਚੱਲੇ ਹੋ ਇਹ ਗੱਲ ਕਿ ਇਹ ਸੈਟਅਪ 30 ਸਾਲ ਪਹਿਲਾਂ ਹੋਈ ਸੀ ਕਿ ਨਹੀਂ, ਓਕੇ ਗਾਇਜ਼। ਸੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਵੇ ਕੀ ਹੁੰਦੇ ਆ ਟਰੂ ਫਾਲਸ ਤੇ ਨੋਟ ਗਿਵਨ ਬਣਾਉਣ ਦੇ। ਹੁਣ ਗਾਇਜ਼ ਨਿੱਕੀ ਜੀ ਐਫਰਟ ਤੁਹਾਨੂੰ ਹੋਰ ਕਰਨੀ ਪੈਣੀ ਆ। ਮੈਂ ਤੁਹਾਨੂੰ ਦੱਸੂਗਾ ਕਿ ਇੱਦਾਂ ਦੇ ਕਿਹੜੇ ਵਰਡ ਆ ਜੋ ਤੁਹਾਨੂੰ ਟਰੂ ਫਾਲਸ ਤੇ ਨੋਟ ਗਿਵਨ ਦਾ ਆਨਸਰ ਤੁਹਾਡਾ ਟੋਟਲੀ ਚੇਂਜ ਕਰ ਦਿੰਦੇ ਆ। ਮੇਰੇ ਕਹਿਣ ਦਾ ਮਤਲਬ ਜੇ ਮੈਂ ਉਹ ਵਰਡ ਨੂੰ ਸਟੇਟਮੈਂਟ ਦੇ ਵਿੱਚ ਪਾ ਦੇਵਾਂ ਤਾਂ ਇੱਕ ਟਰੂ ਸਟੇਟਮੈਂਟ ਵੀ ਫਾਲਸ ਸਟੇਟਮੈਂਟ ਬਣ ਸਕਦੀ ਹੈ, ਤੇ ਜੇ ਮੈਂ ਉਹਨਾਂ ਨੂੰ ਕੱਢ ਲਵਾਂ ਤਾਂ ਗਾਇਜ਼ ਫਾਲਸ ਸਟੇਟਮੈਂਟ ਟਰੂ ਬਣ ਸਕਦੀ ਹੈ। ਤਾਂ ਬੜੇ ਹੀ ਟ੍ਰਿਕੀ ਵਰਡ ਹੁੰਦੇ ਆ। ਜਦੋਂ ਵੀ ਇੱਦਾਂ ਦੇ ਵਰਡ ਤੁਹਾਡੇ ਕੁਐਸਚਨ ਦੇ ਵਿੱਚ ਆਉਣਗੇ ਤਾਂ ਗਾਇਜ਼ ਦੁਨੀਆ ਦੀਆਂ ਸਾਰੀਆਂ ਗੱਲਾਂ ਛੱਡ ਕੇ ਐਕਟਿਵ ਹੋ ਜਾਓ ਉੱਥੇ। ਸੋ ਗਾਇਜ਼ ਇਹ ਵਰਡ ਤੁਹਾਡੀ ਸਕਰੀਨ ਦੇ ਸਾਹਮਣੇ ਆ, ਸਾਰਿਆਂ ਨੂੰ ਆਪਦੇ ਮਾਈਂਡ ਦੇ ਵਿੱਚ ਪਾ ਲਓ। ਜਦੋਂ ਵੀ ਤੁਸੀਂ ਇਹਨਾਂ 'ਚੋਂ ਕੋਈ ਵੀ ਵਰਡ ਗਾਇਜ਼ ਵੇਖੋ ਤੁਹਾਡੇ ਕੁਐਸਚਨਾਂ ਵਿੱਚ, ਪਲੀਜ਼ ਉਦੋਂ ਤੁਹਾਨੂੰ ਪ੍ਰੋਐਕਟਿਵ ਹੋਣ ਦੀ ਲੋੜ ਆ। ਬਹੁਤ ਜ਼ਿਆਦਾ ਐਕਟਿਵ ਹੋ ਜਾਓ ਉਦੋਂ, ਕਿਉਂਕਿ ਇਹ ਇੱਕ ਵਰਡ ਹੀ ਤੁਹਾਡਾ ਆਨਸਰ ਟੋਟਲੀ ਚੇਂਜ ਕਰ ਸਕਦਾ। ਜਿਵੇਂ ਗਾਇਜ਼ ਪਹਿਲਾ ਵਰਡ ਆ ਆਲ, ਉਹ ਤੁਹਾਨੂੰ ਕੁਐਸਚਨ ਦੇ ਵਿੱਚ ਪਾ ਦੇਣਗੇ ਆਲ ਤੇ ਤੁਹਾਨੂੰ ਉਹ ਪੈਸੇਜ ਦੇ ਵਿੱਚ ਕਹਿਣਗੇ ਸਮ। ਦੇਖੋ ਗਾਇਜ਼ ਸਮ ਤੇ ਆਲ ਇੱਕ ਦੂਜੇ ਦੇ ਅਪੋਜ਼ਿਟ ਆ। ਉਧਰ ਤੁਹਾਨੂੰ ਕਹਿਣਗੇ ਕਿ ਸਾਰੇ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਤੇ ਪੈਸੇਜ ਦੇ ਵਿੱਚ ਕਹਿਣਗੇ ਕਿ ਸਿਰਫ ਸਮ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ। ਤੇ ਹੁਣ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਆਪ ਹੀ ਦੱਸ ਸਕਦੇ ਹੋ ਕਿ ਜਿੱਥੇ ਆਲ ਤੇ ਸਮ ਆ ਗਿਆ ਇਹ ਦੋਵੇਂ ਅਪੋਜ਼ਿਟ ਆ ਤੇ ਸਟੇਟਮੈਂਟ ਫਾਲਸ ਆ। ਫਾਲਸ ਬਣਾਉਣ ਦੇ ਲਈ ਗਾਇਜ਼ ਉਹ ਸਹਾਰਾ ਲੈਂਦੇ ਆ ਆਲ ਦਾ ਸਮ ਦਾ। ਅੱਗੇ ਗਾਇਜ਼ ਤੁਹਾਡਾ ਵਰਡ ਹੈਗਾ ਐਵਰੀ।
एवरी का मतलब हर एक, इधर भी गाइज कोई इहदी जगह ते वर्ड वो पा सकते हैं जां नॉट एवरी लिख सकते हैं। सो गाइज फिर एक वर्ड आउंदा सम, वो तुहानूं क्वेश्चन दे विच सम लिख सकते हैं ते तुहानूं उस जो तुहाडा पैसेज आ उहदे विच मोस्ट लिख सकते हैं। इस तरह गाइज ईच, नो बडी, फ्यू, ए फ्यू, ओनली जां अलोन गाइज ओनली का सहारा वो लेंदे, वो तुहानूं क्वेश्चन च कहणगे कि टी सिर्फ आस्ट्रेलिया दे विच फाउंड कीती जांदी है, यानी कि टी ओनली आस्ट्रेलिया दे विच फाउंड कीती जांदी है। बट तुहानूं इधर आके कहणगे कि नहीं आस्ट्रेलिया दे नाल इंडिया, चाइना, जापान इन्हां सारिਆਂ 'ਚ कीती जांदी है। तो तुहानूं भी पता गाइज उधर उन्हां ने ओनली सिर्फ तां पाया ताकि वो स्टेटमेंट नूं फॉल्स बना सकन। ते ओनली का इस्तेमाल गाइज कई बारी नॉट गिवन बनाउण लई भी हुंदा वा, ठीक है। तो गाइज अगला वर्ड आउंदा वा मोस्ट, मोस्ट ते ओनली एक दूजे दे अपोजिट हुंदे आ। अगला वर्ड गाइज मैनी, उधर मैनी लिखिया हो सकदा, इधर लिटिल लिखिया हो सकदा। सो गाइज ये इदां दे वर्ड आ जिन्हां ਦੇ ਬਾਰੇ ਸਿੱਖਣਾ ਥੋੜਾ ਇੰਪੋਰਟੈਂਟ ਸੀਗਾ ਤਾਂ ਕਿ ਟਰੂ ਫਾਲਸ ਨੋਟ ਗਿਵਨ ਨੂੰ ਆਪਾਂ ਚੰਗੀ ਤਰ੍ਹਾਂ ਕਰ ਸਕੀਏ। ਸੋ ਗਾਇਜ਼ ਅਗਲੀ ਜਿਹੜੀ ਮੋਸਟ ਇੰਪੋਰਟੈਂਟ ਗੱਲ ਆਉਂਦੀ ਉਹ ਹੁੰਦੀ ਦੈਨ। ਗਾਇਜ਼ ਦੈਨ ਇੱਕ ਇਦਾਂ ਦੀ ਕੰਜੰਕਸ਼ਨ ਜੋ ਕੰਪੈਰੀਜ਼ਨ ਕਰਨ ਦੇ ਲਈ ਆਉਂਦੀ ਹੈ ਤੇ ਦੈਨ ਦਾ ਇਸਤੇਮਾਲ ਉਹ ਕਰਦੇ ਆ ਜਦੋਂ ਉਹਨਾਂ ਨੇ ਸਟੇਟਮੈਂਟ ਨੂੰ ਨੋਟ ਗਿਵਨ ਬਣਾਉਣਾ ਹੋਵੇ। ਜਿਹੜੇ ਵੀ ਗਾਇਜ਼ ਕੁਐਸਚਨ ਦੇ ਵਿੱਚ ਦੈਨ ਲੱਗਿਆ ਹੋਵੇ ਉਹ ਸਟੇਟਮੈਂਟ 90% ਤੁਹਾਡੀ ਨੋਟ ਗਿਵਨ ਹੁੰਦੀ ਹੈ। ਬਟ ਇਹ ਤੇ ਯਾਦ ਰੱਖਿਓ ਮੈਂ 90% ਕਿਹਾ ਗਾਇਜ਼, ਤੁਹਾਨੂੰ ਕੁਐਸਚਨ ਪੜ੍ਹ ਕੇ ਇੱਕ ਵਾਰੀ ਪੈਸੇਜ ਦੇਖਣਾ ਹੀ ਪੈਣਾ ਕਿਉਂਕਿ 10% ਤੁਹਾਡਾ ਆਨਸਰ ਚੇਂਜ कर सकती है। नॉट गिवन भी हो सकती है, फॉल्स भी हो सकती है। मैं तुक्का लाने लई तुहानूं कदे नहीं कहूँगा गाइस, ओके। दैन दा मीन वो कंपेयर कर लई पाउणगे। जदों भी तुसीं किते क्वेश्चन दे विच दैन लग्गिया देखो तो गाइस एक्टिव होके बैठ जाओ क्योंकि ये तुहाडा आंसर चेंज कर सकदा वा, ओके। अगली गल गाइस हैगी आ फ्यूचर इन्फॉर्मेशन। गाइस वेरी मोस्ट इंपॉर्टेंट, ਤੁਹਾਨੂੰ ਕੁਐਸਚਨ ਦੇ ਵਿੱਚ ਫਿਊਚਰ ਦੇ ਬਾਰੇ ਉਹ ਕੁਝ ਨਾ ਕੁਝ ਕਹਿੰਦਾ ਕਿ 2050 ਦੇ ਵਿੱਚ ਆਹ ਵਾਲਾ ਐਸਟੀਮੇਸ਼ਨ ਲਾਇਆ ਗਿਆ, ਆਹ ਵਾਲੀ ਚੀਜ਼ ਹੋਊਗੀ। ਬਟ ਗਾਈਜ਼ ਪੈਸੇਜ ਦੇ ਵਿੱਚ ਫਿਊਚਰ ਨੂੰ ਲੈ ਕੇ ਕੋਈ ਗੱਲ ਹੀ ਨਹੀਂ ਕੀਤੀ ਗਈ ਹੁੰਦੀ। ਇਹਦਾ ਮਤਲਬ ਕਿ ਜੇ ਫਿਊਚਰ ਦੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਗਈ ਤਾਂ ਵੀ ਆਰ ਨੋਟ ਸ਼ੋਰ ਅਬਾਊਟ ਦਾ ਫਿਊਚਰ। ਇਹਦਾ ਮਤਲਬ ਗਾਈਜ਼ ਸਟੇਟਮੈਂਟ ਨੋਟ ਗਿਵਨ ਹੋਊਗੀ। ਸੋ ਗਾਈਜ਼ ਦਾ ਸਾਰਾ ਕੁਝ ਜਾਣਨ ਤੋਂ ਬਾਅਦ ਹੁਣ ਆਪਾਂ ਡਾਇਰੈਕਟਲੀ ਚੱਲਦੇ ਹਾਂ ਆਪਣੇ ਟਰੂ ਫਾਲਸ ਤੇ ਨੋਟ ਗਿਵਨ ਕਰਨ ਤੇ, ਓਕੇ ਗਾਈਜ਼। ਜਿੰਨਾ ਚਿਰ ਪ੍ਰੈਕਟਿਸ ਨਹੀਂ ਕਰੋਗੇ ਉਹਨਾਂ ਚਿਰ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਆਊਗੀ। तो ਗਾਈਜ਼ ਬਣੇ ਰਹੋ, ਆਪਾਂ ਕਮ ਸੇ ਕਮ 6 ਟਰੂ ਫਾਲਸ ਨੋਟ ਗਿਵਨ ਨੂੰ ਸੋਲਵ ਕਰਦੇ। ਸੋ ਗਾਈਜ਼ ਆਪਾਂ ਆ ਗਏ ਮੇਰੀ ਬੁੱਕ ਤੇ ਇਹ 'ਚ ਪਹਿਲਾ ਕੁਐਸਚਨ ਗਾਈਜ਼ ਹੈਗਾ ਟਰੂ ਫਾਲਸ ਨੋਟ ਗਿਵਨ ਦਾ। ਇਹ ਗਾਈਜ਼ ਯੈਸ ਨੋ ਨੋਟ ਗਿਵਨ ਆ ਸੇਮ ਹੀ ਹੁੰਦੇ ਆ, ਬਸ ਤੁਸੀਂ ਜੋ ਇੱਥੇ ਲਿਖਿਆ ਉਹੀ ਹਮੇਸ਼ਾ ਲਿਖਣਾ ਹੁੰਦਾ। सो गाइज व्हीकल पोल्यूशन इज़ वर्स इन यूरोपियन सिटीज़ दैन एवरीवेयर एल्स। सो गाइज मैंने लगता थोड़े माइंड के विच घंटी वज गई कि इत्थे दैन लगा हुआ, इसदा मतलब गाइज इत्थे एक्टिव हो जाओ बहुत ज़्यादा। कंपैरिजन किया उन्होंने कि व्हीकल पोल्यूशन जिहड़ा हैगा वा वो बहुत ज़्यादा खराब आ, वो बदतर आ किहदे विच यूरोपियन सिटीज़ दे विच दैन एनीवेयर एल्स। बाकी इन्नियां सिटीज़ दे विच है नहीं गा जिन्ना यूरोप दियां सिटीज़ दे विच, यानी कि यूरोप दियां सिटीज़ नूं गाइस उन्होंने कंपेयर किया वा बाकी सिटियां नाल। तो जाके देखते हैं कि आपां नूं पैसेज दे विच कंपैरिजन मिलदा वा कि नहीं मिलदा। गाइस जे कंपैरिजन मैनूं मिलिया ही ना किते तो गाइस दे स्टेटमेंट की आ नॉट गिवन, ओके। सो गाइस चलते हैं आपां पैसेज ते। सो गाइस मैं इत्थे पैसेज ते आ गया, आपां इत्थे इन्फॉर्मेशन लभांगे कि इन्होंने कंपैरिजन कित्थे दित्ता। गाइस इत्थे कह रहा कि 700 मिलियन मोटर्स है कम से कम इदू भी ज़्यादा, तो नंबर इनक्रीज़ कर रहा वा हर साल। तो एवरेज डिस्टेंस है भाई 8 किलोमीटर पर डे तो इन्ना हो गया। वो कहते इत्थे मेरी इन्फॉर्मेशन किते भी नहीं गाइस यूरोप दियां सिटीज़ नूं इत्थे कंपेयर नहीं किया। एमिशन फ्रॉम इत्थे एमिशन की गल करी जाते गाइस, इत्थे ट्रक बसिस की गल करी जाती है। मैं ये लभना सिर्फ कि की यूरोप दियां सिटीज़ दे विच पोल्यूशन बाकियां तो ज़्यादा है कि नहीं। इन मैक्सीको सिटी पोल्यूशन इज़ मेजर, नहीं गाइस कंपेयर नहीं। सो गाइस तुसी देख सकते हो इत्थे कि आपां नूं कंपैरिजन लभ्या ही नहीं। जदों आपां नूं कंपैरिजन लभ्या नहीं तो गाइस आपां नूं की पता फिर इत्थे कि आह यूरोप दियां सिटीज़ दे विच बाकियां दे नालों यानी कि पोल्यूशन ज़्यादा हैगा कि नहीं। गाइज वी आर नॉट श्योर, तो दिती नहीं इन्फॉर्मेशन, इसका मतलब गाइज नॉट गिवन तुहाडा आंसर आ। सैकेंड गाइज आपां करदे हां एक ट्रांसपोर्ट बाय हॉर्स वुड बी यूजफुल एल्टरनेटिव टू मोटर व्हीकल्स। गाइज इत्थे इन्होंने कहा वा कि जो ट्रांसपोर्ट आप हॉर्स के नाल करते हैं, घोड़ियां ते आपां कोई समान लादते हैं, वो ज़्यादा यूजफुल होगा मोटर व्हीकल्स के नालों, ओके। गाइज जाके देखते हैं कि वाकई ज़्यादा यूजफुल होगा कि नहीं होगा। सो गाइज आप आ गए इतने पैसेज के उपर, आप इतने लभते हैं कि हॉर्स की गल गाइज इन्होंने कितने की। गाइज इतने देखो आह वाली गल की हॉर्स की, आप जाके देखते हैं इन्होंने कहा कि अज तो 100 ईयर्स अगो जो जिहड़ियां मोस्टली जर्नी होंदियां सिर्फ 20 किलोमीटर की रेंज के विच वालियां
ਉਹ ਈਜ਼ਲੀ ਹਾਰਸ ਦੇ ਦੁਆਰਾ ਕੀਤੀਆਂ ਜਾਂਦੀਆਂ ਸੀਗੀਆਂ। ਤੇ ਜਿਹੜੀ ਹੈਵੀ ਫਰਾਈਟ ਹੁੰਦਾ ਸੀ, ਜਿਹੜਾ ਸਭ ਤੋਂ ਭਾਰਾ ਸਮਾਨ ਹੁੰਦਾ ਸੀ, ਮਾਲ, ਇਹਨੂੰ ਗਾਈਜ਼ ਮਾਲ ਕਹਿ ਦਿੰਦੇ ਆ, ਉਹ ਸਿਰਫ ਜਾਣੀ ਕਿ ਵਾਟਰ ਜਾਂ ਰੇਲ ਦੇ ਰਾਹੀਂ ਹੀ ਲੈ ਕੇ ਜਾਣੀ ਕਿ ਜਾਇਆ ਜਾਂਦਾ ਸੀਗਾ। ਤਾਂ ਗਾਈਜ਼ ਅੱਗੇ ਚੱਲਦੇ ਇਹ ਇਨਵੈਂਸ਼ਨ ਜਿਹੜੀ ਮੋਟਰ ਵਹੀਕਲ ਦੀ ਸੀਗੀ ਉਹ ਜਾਣੀ ਕਿ ਪਰਸਨਲ ਮੋਬਿਲਿਟੀ ਹੋ ਗਈ ਉਹਦੇ ਨਾਲ, ਤੇ ਕਾफ़ी ज़्यादा ਜਾਣੀ ਕਿ ਰੈਪਿਡ ਫਰੌਡ ਡਿਲੀਵਰੀ ਪੋਸੀਬਲ ਹੋ ਗਈ। ਕਾफ़ी ज़्यादा ਇਹਦੇ ਨਾਲ ਤੇਜ਼ੀ ਦੇ ਨਾਲ ਗਾਈਜ਼ ਜਾਣੀ ਕਿ ਡਿਲੀਵਰੀ ਹੋਣੀ ਸ਼ੁਰੂ ਹੋ ਗਈ। ਇਹਦਾ ਮਤਲਬ ਗਾਈਜ਼ ਵੇਖੋ ਆ ਸਿਰਫ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਸੀਗਾ, ਤੇ ਗਾਈਜ਼ ਇਸ ਤੋਂ ਬਾਅਦ ਜਦੋਂ ਆਹ ਵਾਲੀ ਚੀਜ਼ ਆਈ ਤੇ ਇਹਦੇ ਨਾਲ ਤਾਂ ਸਗੋਂ ज़्यादा फास्ट ज़्यादा रैपिड होना शुरू हो गया। ਇਹਦਾ ਮਤਲਬ ਗਾਈਜ਼ ਜੋ ਆਪਣੀ ਇਹ ਹੈਗੀ ਇਨਫੋਰਮੇਸ਼ਨ ਇਹ ਗਾਈਜ਼ नो आ ओके, ਇਹ यूजफुल ਨੀਗਾ बल्कि यूजफुल ज़्यादा पैसेज के अकॉर्डिंग की आ फास्ट डिलीवरी गाइज ये द्वारा होंगी है ना कि ये द्वारा होंगी। ओके गाइज, सो गाइज ये नो आ, आई होप यू गॉट इट। ओके सो गाइज हुण लिखा कि नाउ डेज जो माल आ वो कैरिड किया जाता वा वाटर के राही कित्थे यूनाइटेड स्टेट्स के विच। गाइज हमेशा याद रखियो ये कह रहा कि अज भी जो माल आ वो कैरिड सॉरी नहीं किया जाता। ओके जी, यूनाइटेड स्टेट्स के विच वाटर के द्वारा वो कैरिड नहीं किया जाता। गाइज मैं सिर्फ ये उधरों लभन जाना भी कि यूनाइटेड स्टेट्स के विच जिहड़ा वाटर आ वो वाकई नहीं किया जाता ये द्वारा। ओके सो गाइज आप मूव होने पैसेज ते। सो गाइज तुहानूं पता कि अपनी फ्लाइट की गल इत्थे हो रही सी माल की गल, पर इत्थे आपां पता लग गया। आप इदों अगे मूव करते हैं। गाइज इन्होंने लिखिया कि टूडे, गाइज टूडे का सिनोनिम उधर लिखिया वा नाउ डेज। ओके गाइज इदां दे तुसीं आपदे माइंड च रखने आ वर्ड्स जिते सिनोनिम आ। वो कहते 90% जो माल आ यूनाइटेड जानी कि किंगडम दे विच वो कैरिड किया जाता वा रोड्स के द्वारा, यानी कि सड़कों के द्वारा वो माल आ जिहड़ा वो लिजाया जाता वा यूनाइटेड किंगडम दे विच कितना 90%। ओके तो उधर की किया उन्होंने कि अज के समय विच जो माल आ वो वाटर के द्वारा नहीं लैके जाया जाता। गाइज हुण इत्थे स्टूडेंटां ने 90% 99% स्टूडेंट इदां दे आ जिन्हां ने गाइज इहदी इन्फॉर्मेशन ला देनी आ यस। उन्होंने कहना हाँ जी सर पैसेज कह रहा वा कि वाटर दे नाल जो हैगा वा माल वो नहीं लैके जाया जाता, तो पैसेज दे विच लिखिया कि 90% रोड के द्वारा लैके जाया जाता। तो आंसर गाइज है ट्रू आ। थोड़े चो कई स्टूडेंट इदां कहणगे, बट गाइज मैं तुहानूं कह देवां कि वो कह रहा कि 90% माल आ जिहड़ा वो रोड के द्वारा लैके जाया जाता, तो जिहड़ा बाकी बचिया गाइज 10% आ आपां नूं की पता कि उहदे लई वो किहड़ा रास्ता यूज़ करदे आ। की तुहानूं पता की तुहानूं पैसेज ने दिता कि 90% तो ये द्वारा यूज वो ले जाते हैं माल, तो बाकी 10% वाला माल वो किहड़ा वे यूज़ करते हैं गाइज आपां नूं दिता ही नहीं गया। सो वी आर नॉट श्योर, आपां नूं पता ही नहीं कि अज भी उत्थे वाटर यूज़ हुंदा वा कि नहीं हुंदा, आपां कुछ कह ही नहीं सकते। सो गाइज ये की आ नॉट गिवन। समझ लगी तुहानूं इन्ने क गाइज एक्टिव होना पैना। जो मैं तुहानूं दसी आहा वाला इहदे ते तुसीं ध्यान रखना सीगा, इन्हां दे विच कोई कीवर्ड नहीं सी, जस्ट आपां इन्फॉर्मेशन सीधी फाइंड करनी थी। अगे गाइज तुहाडे कोले वर्ड आ गया मोस्ट। ठीक है गाइज, आहा वाला तुहाडा आंसर चेंज कर सकदा वा आ सारे दा। ओके जी, सो गाइज अगे लिखा कि मोस्ट यूरोपीयन सिटीज़ वर नॉट डिजाइनड, ज़्यादातर यूरोप दीयां सिटीज़ वो डिजाइनड नहीं कीतियां गई सीगियां किहदे वास्ते, मोटर व्हीकल्स वास्ते। यानी कि मोटर व्हीकल्स की डिस्कवरी बाद चों हुई, तां करके यूरोप सिटीज़ दीयां जिहड़ियां ज़्यादातर सीगियां सिटियां यूरोप दीयां वो डिज़ाइन ही नहीं कीतियां गईयां सीगियां मोटर व्हीकल्स नूं देख के। ओके गाइस, तो जाके देखते हैं आपां कि ये सच बोल रहे हैं कि मोटर व्हीकल नहीं वो नहीं डिजाइन कीतियां गईयां सीगियां। सो गाइस इधर लिखा कि इन यूरोप मोस्ट सिटीज़, गाइज वो वर्ड ने तुहाडा आंसर बदल सकदा सीगा, बट उन्होंने सेम ही इत्थे यूज़ करता। ओके गाइज, सो इन यूरोप मोस्ट सिटीज़ आर स्टिल डिजाइनड फॉर ओल्ड मोड्स ऑफ ट्रांसपोर्ट। इहदा गाइज मतलब हैगा कि ओल्ड मोड्स के लिए वो डिज़ाइन कीतियां गईयां सीगियां, ना कि जिहड़े अपने मोटर व्हीकल आ। समझ लगी गाइज, इहदा मतलब इहदा आंसर गाइज की आ, इहदा आंसर गाइज यस आ, क्योंकि वो उधर कह रहे हैं कि हाँ इहदे लई नहीं कीतियां गईयां सी, सगों तो ओल्ड मोड्स के लिए वो डिज़ाइन कीतियां गईयां सी। तो गाइज इन्फॉर्मेशन इज़ ट्रू। सो गाइज मूव अहेड। टेक्नोलॉजी अलोन, गाइज अपना दूसरा कीवर्ड आ गया, इन्हों तुसीं ध्यान नाल आपदे माइंड च रखना वा। वो कहते टेक्नोलॉजी कल्ली नहीं कर सकती सॉल्व
ਵਹੀਕਲ ਪੋਲਿਊਸ਼ਨ ਦੀ ਪ੍ਰੋਬਲਮ ਨੂੰ ਟੈਕਨੋਲੋਜੀ ਕੱਲੀ ਨਹੀਂ ਸੋਲਵ ਕਰ ਸਕਦੀ ਗਾਇਜ਼। ਜੇ ਉਧਰ ਲਿਖਿਆ ਹੋਇਆ ਕਿ ਕੱਲੀ ਸੋਲਵ ਕਰ ਸਕਦੀ ਆ, ਇਹਦਾ ਮਤਲਬ ਗਾਇਜ਼ ਇਹ ਟਰੂ ਆ। ਜੇ ਉਧਰ ਲਿਖਿਆ ਹੋਵੇ ਨਹੀਂ ਕੱਲੀ ਸੋਲਵ ਨਹੀਂ ਕਰ ਸਕਦੀ, ਹੋਰ ਵੀ ਫੈਕਟਰ ਹੈਗੇ ਆ ਜਿਨ੍ਹਾਂ ਤੇ ਡਿਪੈਂਡ ਕਰਦੇ ਆ, ਫਿਰ ਗਾਇਜ਼ ਇਹ ਕੀ ਹੋਊਗਾ, ਸੌਰੀ ਗਾਇਜ਼, ਜੇ उधर लिखा भी टैक्नोलॉजी कल्ली कर सकती है फिर तो गाइज फॉल्स आ अपना, ओके जी, क्योंकि इन्फॉर्मेशन उल्ट होगी। नॉट का सहारा वो इधर लई जाते उधर छड्डी जाते। तो जे गाइज वो कह रहे हैं कि यह कल्ली नहीं कर सकती तो गाइज अपनी इन्फॉर्मेशन हैगी आ ट्रू। तो जे गाइज आपां नूं कोई गल ही ना की गई होवे कि टैक्नोलॉजी कर सकती है इनू कि नहीं कर सकती, तो गाइज इन्फॉर्मेशन की आऊगी नॉट किवें। तो गाइज इन्हूं एक बार फिर पढ़ के आपां चलदे हां। कहंदे टैक्नोलॉजी कल्ली ही जो व्हीकल पोल्यूशन आ उहदी प्रॉब्लम नूं सॉल्व नहीं कर सकती। सो गाइज जाके देखते हैं कि ये सच कह रहे हैं। गाइज इहदा इत्थे आउंदा वा इहदा आंसर टैक्नीकल सल्यूशनस, क्योंकि आपां सल्यूशनस की गल कर रहे हैं, ओके। वो कहते टैक्नीकल सल्यूशनस कैन रिड्यूस द पोल्यूशन प्रॉब्लम। हजे तक आंसर नहीं है क्योंकि मैनूं ये आ भी की कोई गां जाके उन्होंने जिक्र तो नहीं किया, ओके। ये गाइज कह रहा है कि टैक्नोलॉजी यानी कि टैक्नीकल सल्यूशंस कैन रिड्यूस द पोल्यूशन प्रॉब्लम एंड इनक्रीज द यानी कि फ्यूल एफिशिएंसी। ये रिड्यूस कर सकती है पोल्यूशन प्रॉब्लम तो इनक्रीज कर सकती है एफिशिएंसी ऑफ इंजनस की, ओके जी, द फ्यूल जिहड़ा इहदा। बट फ्यूल कंजम्पशन जिहड़ी कहंदे हैगी आ ये वाली तो एग्जॉस्ट एमिशन जिहड़ा हुंदा वा जिहड़ा एनवायरनमेंट नूं खराब करदा वा, ये डिपेंड करदा वा कि आपां किहड़ी कार प्रैफर करी जाने आ ते आपां वो कार नूं चलाई किद्दां जाने आ। गाइज देखो कल्ली टैक्नोलॉजी दा हत्थ थोड़ी आ, इहदे विच तां बंदियां दा भी रोल नहीं आ गया। वो कहंदे भी ये चीज़ ते भी डिपेंड करदा कि एक परसन चला किवें रिहा वा, वो ध्यान नाल चला रिहा कि बस जिवें पागलां वांगू आपां चलाउण बह जाने आ ते उहदे नाल एमिशन ज़्यादा हुंदा गाइज, ओके। सो गाइज इहदा मतलब आपां नूं पता लग गया कल्ली यानी कि टैक्नीकल सल्यूशन ही नहीं हैल्पफुल है, बल्कि एक परसन ते भी डिपेंड करता। पहली चीज़ है तो डिपेंड करती है, दूजी चीज़ है तो डिपेंड करती है। तो गाइज उन्होंने पैसेज भी सेम इदा ही कहा सीगा कि कल्ली टैक्नोलॉजी ते नहीं डिपेंड करता। इसका मतलब हाँ जी इन्फॉर्मेशन यस आ, क्योंकि एक होर भी चीज़ है जिस ते डिपेंड करता वा। सो गाइज आई होप कि तुहानूं पता लग गया आपां किद्दां सॉल्व कीते, निक्की निक्की चीज़ देख के। अगे गाइज मूव करते हैं। कहते लोगों की जिहड़ी चॉइस है ना कार खरीदण दी, लोगों की जिहड़ी चॉइस आ कार दी ते लोगों के चलाउण दा जिहड़ा वे आ उन्हां दा एटीट्यूड आ वो एक बहुत वड्डा फैक्टर आ पोल्यूशन प्रॉब्लम दे विच। गाइज आ तां आपां कहने हुंदे ना कि आपां नूं रूंगा मिल गया, ये तो देखो सीधा ही ऐसा हुणी तां इत्थे पढ़ के आए गाइज आपां कि ये चीज़ ते भी डिपेंड करता वा कि आपां कार किद्दां दी प्रैफर करी जाने आ ते अपनी चलाउणी किद्दां दी आ, ये चीज़ भी डिपेंड करती है पोल्यूशन ते। सो गाइज इदां दे चांस कदे कदे हुंदे हुंदे बट सच्ची तां रूंगा मिल जांदा हुंदा। सो गाइज ये इन्फॉर्मेशन यस आ बिना पढ़े आपां नूं पता लग गया। सो गाइज अगला हैगा क्वेश्चन रीडिजाइनिंग सिटीज़ नूं रीडिजाइन करना एक शॉर्ट टर्म सल्यूशन हो सकता वा। गाइज मैं तुहानूं कह देवां जदों भी आ वर्ड आपदी कापी ते हुणी नोट कर लो, थोनू पता ये इन्फॉर्मेशन फॉल्स बन जाती होंदी आ जे थोनू उन्हां ने लॉन्ग टर्म सल्यूशन कहता था होता है। ये वर्ड ही एक दूजे के अपोजिट है गाइस। इन्फॉर्मेशन फॉल्स हो जूगी जे उन्होंने उधर लॉन्ग टर्म सल्यूशन कहता था ऐदा, ठीक है जी। चलो जी आप चलते हैं, वीडियो थोड़ी जी लॉन्ग हो गई बट प्लीज़ बोर ना होयो, मैनू पता जिन्हें बैंड लैने होनों कदे बोर नहीं होता होंदा, ठीक है जी। चलो देखते हैं आप। तो गाइस इन्होंने कहा कि एक सल्यूशन की आ, एक सल्यूशन आ जिहड़ा कि कहंदे की आ लॉन्ग टर्म आ, वो हुण आपां इदां वेखना कि सल्यूशन किहड़ा। जे बाई चांस वो सल्यूशन आह वाला ही होया सो गाइज फिर तेन अखां मीच के फॉल्स ला दिओ, अखां मीच के नो ला दिओ, क्योंकि इत्थे शॉर्ट टर्म कही जाते उधर इन्होंने लॉन्ग टर्म लिखता। कहते एक सल्यूशन लॉन्ग टर्म आ, हुण देखते हैं किहड़ा वा ऑफ रीडिजाइनिंग सिटीज़। गाइस तुहानूं पता लग गया, बहुत स्मार्ट हो तुसीं। इधर ये कही जाते कि ये सल्यूशन की आ लॉन्ग टर्म, इधर ये कही जाते ये सल्यूशन की आ शॉर्ट टर्म। सो गाइस इन्फॉर्मेशन की आ ये नो आ अपनी। तो मैं थोनू दसा इत्थे मेन टॉपिक ही उन्होंने चेंज करता। मैं थोनू कहा सी फॉल्स बनाने दो वे आ, जां तां नॉट ला के बदल देंदे आ, जां कोई वर्ड विचों कोई एडजेक्टिव नाउन कोई इदां दी चीज़ ही चेंज कर देंदे आ। यानी कि मेन जिहड़ी टॉपिक चीज़ हुंदी आ
ਥਿੰਗ ਹੁੰਦੀ ਆ ਉਹ ਹੀ ਚੇਂਜ ਕਰ ਦਿੰਦੇ ਆ। ਸੋ ਗਾਈਜ਼ ਆਈ ਹੋਪ ਕਿ ਤੁਹਾਨੂੰ ਅੱਜ ਪਤਾ ਲੱਗਿਆ ਕਿ ਟਰੂ ਫਾਲਸ ਨਾਟ ਗਿਵਨ ਐਕਚੁਅਲ 'ਚ ਕਰੀਦੇ ਕਿਵੇਂ। ਗਾਈਜ਼ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਇਹਨਾਂ ਦਾ ਪਾਰਟ 2 ਲੈ ਕੇ ਆਵਾਂ, ਸੋ ਗਾਈਜ਼ ਮੈਨੂੰ ਪਲੀਜ਼ ਕਮੈਂਟ ਦੇ ਵਿੱਚ ਦੱਸਿਓ। ਤੁਸੀਂ ਜੋ ਵੀ ਰੀਡਿੰਗ ਤੇ ਗੈਸ ਚਾਹੁੰਦੇ ਹੋ ਮੈਨੂੰ ਕਮੈਂਟ ਗਾਈਜ਼, ਤੁਸੀਂ ਇਹ ਚੀਜ਼ ਦੀ ਸਹੁੰ ਖਾ ਲਓ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਮੈਨੂੰ ਕਮੈਂਟ ਦੇ ਵਿੱਚ ਕੁਝ ਨਾ ਕੁਝ ਤੁਸੀਂ ਜ਼ਰੂਰ ਕਹਿਣਾ ਕਿ ਸਰ ਮੇਰੀ ਅਗਲੀ ਵੀਡੀਓ ਤੁਹਾਡੀ ਕਿਹੜੇ ਟੌਪਿਕ ਤੇ ਹੋਣੀ ਚਾਹੀਦੀ। ਓਕੇ ਗਾਈਜ਼, ਸੋ ਗਾਈਜ਼ ਲਾਈਕ ਕਰੋ ਯਾਰ ਮੇਰੇ ਚੈਨਲ ਨੂੰ। ਓਕੇ ਸੋ ਗਾਈਜ਼ ਜੋ ਚੀਜ਼ਾਂ ਸਾਰੇ ਵੀਡੀਓ ਦੇ ਸ਼ੁਰੂ 'ਚ ਕਹਿੰਦੇ ਆ ਕਿ ਮੇਰਾ ਚੈਨਲ ਸਬਸਕ੍ਰਾਈਬ ਕਰੋ, ਉਹ ਮੈਂ ਲਾਸਟ ਵਿੱਚ ਕਹਿਣਾ ਪਲੀਜ਼ ਮੇਰੇ ਇਹ ਵੀਡੀਓ ਨੂੰ ਸ਼ੇਅਰ ਕਰੋ, ਇਹਨੂੰ ਸਾਰੀ ਦੇਖੋ ਤੇ ਇਹਨੂੰ ਸਬਸਕ੍ਰਾਈਬ ਕਰੋ ਗਾਈਜ਼ ਚੈਨਲ ਨੂੰ। ਮਿਲਦੇ ਹਾਂ ਮੇਰੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ।